Hello everyone, welcome to Victor's Knowledge. This is Chinu Sharma and today we are going to start with important topics from geography ਤੇ ਜਿਹੜੇ topics ਨੇ ਇਹਦੇ ਅੰਦਰ ਆਪਾਂ ਇੱਕ ਤਾਂ MCQs ਕਵਰ ਕਰਾਂਗੇ ਨਾਲ ਹੀ ਉਸ topic ਦੇ MCQs ਦੇ ਵਿੱਚ ਹੀ ਜਿਹੜੇ ਵੀ important concept ਹੋਣਗੇ ਉਹਨਾਂ ਨੂੰ ਵੀ ਆਪਾਂ detail ਦੇ ਵਿੱਚ discuss ਕਰਾਂਗੇ। So first question is, which of the following are true regarding ionosphere? So ਆਪਾਂ ਹੁਣ ਐਟਮੋਸਫੇਅਰ ਦਾ ਟੌਪਿਕ ਪੜ੍ਹ ਰਹੇ ਹਾਂ ਇਹਦੇ ਵਿੱਚ ਜੋ ਵੀ ਕੁਐਸਚਨ ਨੇ ਉਹ ਸਿਰਫ ਐਟਮੋਸਫੇਅਰ ਟੌਪਿਕ ਦੇ ਨਾਲ ਹੀ ਰਿਲੇਟਡ ਨੇ। ਸੋ ਪਹਿਲੀ ਆਪਣੇ ਤੋਂ ਗੱਲ ਪੁੱਛੀ ਗਈ ਹੈ ਕਿ ਆਇਨੋਸਫੇਅਰ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਐਟਮੋਸਫੇਅਰ ਹੈ ਉਹਦੀਆਂ ਵੱਖ-ਵੱਖ ਸਫੇਅਰਸ ਨੇ, ਲੇਅਰਸ ਨੇ। ਸੋ ਜਿਹੜਾ ਆਪਣਾ ਐਟਮੋਸਫੇਅਰ ਹੈ ਉਹ ਅਲੱਗ-ਅਲੱਗ ਲੇਅਰਸ ਦੇ ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਨੂੰ ਆਪਾਂ ਸਫੇਅਰਸ ਕਹਿੰਦੇ ਆ ਤੇ ਇਹਨਾਂ ਦੇ ਡਿਫਰੈਂਟ ਨੇਮਸ ਦਿੱਤੇ ਗਏ ਨੇ। ਸੋ ਟੋਟਲ ਮੇਨ 5 ਲੇਅਰਸ ਨੇ ਐਟਮੋਸਫੇਅਰ ਦੀਆਂ ਜਿਹੜੀਆਂ ਕਿ ਇੱਧਰ ਤੁਸੀਂ ਦੇਖ ਸਕਦੇ ਹੋ। ਸਭ ਤੋਂ ਨੀਚੇ ਵਾਲੀ ਹੈ ਜਿਹੜੀ ਆਪਣੀ ਲੈਂਡ ਤੋਂ ਹੀ ਥੋੜੀ ਜਿਹੀ ਉੱਪਰ ਤੱਕ ਜਾਂਦੀ ਹੈ 12 ਤੋਂ ਲੈ ਕੇ 18 ਕਿਲੋਮੀਟਰ ਤੱਕ ਜ਼ੀਰੋ ਲੈਵਲ ਤੋਂ ਲੈਂਡ ਤੋਂ। ਇਹਦਾ ਨਾਮ ਹੈ ਟ੍ਰੋਪੋਸਫੀਅਰ। ਇਸ ਤੋਂ ਉੱਪਰ ਲੇਅਰ ਆਉਂਦੀ ਹੈ ਸਟ੍ਰੈਟੋਸਫੀਅਰ, ਫਿਰ ਆਉਂਦੀ ਹੈ ਮੀਜ਼ੋਸਫੀਅਰ, ਦੈਨ ਥਰਮੋਸਫੀਅਰ ਤੇ ਸਭ ਤੋਂ ਉੱਪਰ ਵਾਲੀ ਹੈ ਜਿਹੜੀ ਜਾ ਕੇ ਸਪੇਸ ਨਾਲ ਟੱਚ ਕਰਦੀ ਹੈ that is ਐਗਜ਼ੋਸਫੀਅਰ। ਸੋ ਹੁਣ ਆਪਣੇ ਤੋਂ ਪੁੱਛਿਆ ਗਿਆ ਆਇਨੋਸਫੀਅਰ। ਤੁਸੀਂ ਦੇਖ ਰਹੇ ਹੋਵੋਗੇ ਕਿ ਇਹਨਾਂ ਪੰਜਾਂ ਦੇ ਵਿੱਚੋਂ ਆਇਨੋਸਫੀਅਰ ਦੀ ਕਿਤੇ ਗੱਲ ਨਹੀਂ ਕੀਤੀ। ਸੋ ਆਇਨੋਸਫੀਅਰ ਜਿਹੜੀ ਮੀਜ਼ੋਸਫੀਅਰ ਤੇ ਥਰਮੋਸਫੀਅਰ ਹੈ ਇਹਦੇ ਵਿੱਚ ਇਸ ਪਾਰਟ ਨੂੰ ਆਇਨੋਸਫੀਅਰ ਕਿਹਾ ਜਾਂਦਾ ਹੈ। ਸੋ ਪਹਿਲਾਂ ਤਾਂ ਤੁਸੀਂ ਕੁਐਸਚਨ ਸੋਲਵ ਕਰਨ ਤੋਂ ਪਹਿਲਾਂ ਇਹ ਲੇਅਰਸ ਦਾ ਕਨਸੈਪਟ ਹੈ ਇਹਨੂੰ ਦਿਮਾਗ ਦੇ ਵਿੱਚ ਬਿਠਾ ਲਓ। So it is the uppermost layer of atmosphere. So ਇਹ ਬਿਲਕੁਲ ਗਲਤ ਹੈ ਕਿਉਂਕਿ ਮੈਂ ਤੁਹਾਨੂੰ ਦੱਸਤਾ ਕਿ ਉਰੇ present ਹੈ। upper ਤਾਂ ਹੈਗੀ ਹੈ exosphere. So ਪਹਿਲੀ statement ਗਲਤ ਹੋ ਜਾਂਦੀ ਹੈ। ਦੂਜੀ, molecules and atoms of nitrogen and oxygen in this layer absorb a part of solar radiation and become ionized. So ionosphere ਇਹਦਾ ਨਾਮ ਹੈ ਤੇ ionized ਹੁੰਦੀ ਹੈ। So ਇਹ statement ਬਿਲਕੁਲ ਸਹੀ ਹੈ। molecules ਤੇ atom ਜਿਹੜੇ ਨਾਈਟ੍ਰੋਜਨ ਤੇ ਆਕਸੀਜਨ ਦੇ ਨੇ ਉਹ ਇਹਨੂੰ ਆਇਓਨਾਈਜ਼ਡ ਕਰਦੇ ਨੇ। ਤੀਜੀ ਸਟੇਟਮੈਂਟ ਹੈ ਵੀ ਜਿਹੜੀ ਇਹ ਲੇਅਰ ਹੈ ਜੋ ਵੀ ਰੇਡੀਓ ਵੇਵਸ ਨੇ ਅਰਥ ਤੋਂ ਆਉਂਦੀਆਂ ਨੇ ਉਹਨਾਂ ਨੂੰ ਰਿਫਲੈਕਟ ਬੈਕ ਕਰਨ ਦੇ ਲਈ ਇਹ ਰਿਸਪੌਂਸਿਬਲ ਹੈ। ਸੋ ਇਹ ਸਟੇਟਮੈਂਟ ਵੀ ਬਿਲਕੁਲ ਸਹੀ ਹੈ। ਸੋ ਦ ਰਾਈਟ ਆਂਸਰ ਹੇਅਰ ਇਜ਼ ਆਪਸ਼ਨ ਸੀ, ਸੈਕਿੰਡ ਐਂਡ ਥਰਡ। Arrange the following gases of the atmosphere in increasing order of their volume. ਸੋ ਆਪਾਂ ਨੇ ਦੱਸਣਾ ਹੈ ਕਿ ਸਭ ਤੋਂ ਘੱਟ ਕਿਹੜੀ ਪ੍ਰੈਜ਼ੈਂਟ ਹੈ ਤੇ ਸਭ ਤੋਂ ਵੱਧ। ਸੋ ਆਪਾਂ ਨੇ ਸਭ ਤੋਂ ਘੱਟ ਤੋਂ ਸ਼ੁਰੂ ਹੋ ਕੇ ਵੱਧ ਤੱਕ ਜਾਣਾ ਹੈ। ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ ਸੀ। ਸਭ ਤੋਂ ਘੱਟ ਅਮਾਉਂਟ ਵਿੱਚ ਹੈ ਇਹਨਾਂ ਚੋਂ ਕਾਰਬਨ ਡਾਈਆਕਸਾਈਡ, ਫਿਰ ਹੈ ਆਰਗਨ, ਦੈਨ ਤੀਜੇ ਨੰਬਰ ਤੇ ਹੈ ਆਕਸੀਜਨ ਤੇ ਸਭ ਤੋਂ ਜ਼ਿਆਦਾ ਅਰਾਊਂਡ 78% ਹੈ ਨਾਈਟ੍ਰੋਜਨ। Next is wind in the southern hemisphere is deflected toward left. ਜਿਹੜੇ southern hemisphere ਇਹ ਏਰੀਆ ਹੈ ਆਪਣੀ ਅਰਥ ਦਾ। ਸੋ ਜਿਹੜੀ ਉਰੇ ਹਵਾ ਹੈ ਇਹ ਥੋੜੀ ਜੀ ਖੱਬੇ ਪਾਸੇ ਨੂੰ ਡਿਫਲੈਕਟ ਹੋ ਜਾਂਦੀ ਹੈ। ਇਹਦਾ ਕਾਰਨ ਕੀ ਹੈ? ਸੋ ਇਹਦਾ ਕਾਰਨ ਹੈ ਅਰਥ ਦੀ ਰੋਟੇਸ਼ਨ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਂਸਰ। Next is local thunderstorm, nor'wester are prominent in. ਸੋ ਨੌਰਵੈਸਟਰ ਜਿਹੜੇ ਲੋਕਲ ਰੇਨਫਾਲ ਥੰਡਰਸਟਾਰਮ ਅਲੱਗ-ਅਲੱਗ ਇਹਨਾਂ ਨੂੰ ਨਾਮ ਦਿੱਤੇ ਜਾਂਦੇ ਨੇ ਜਿਵੇਂ ਕਈ ਜਗ੍ਹਾ ਤੇ ਕਾਲ ਵਿਸਾਖੀ, ਮੈਂਗੋ ਸ਼ਾਵਰ। ਸੋ ਨੌਰਵੈਸਟਰ ਪਾਏ ਜਾਂਦੇ ਨੇ ਆਪਸ਼ਨ ਬੀ ਵੈਸਟ ਬੰਗਾਲ ਵਿੱਚ। Next question is from World Geography. Which of the following wind is incorrectly paired with the area in which it prevails? ਸੋ ਆਪਾਂ ਨੇ ਦੱਸਣਾ ਵੀ ਇਹ ਜਿਹੜੀਆਂ ਵਿੰਡ ਦੇ ਨਾਮ ਨੇ ਤੇ ਨਾਲ ਇਹਨਾਂ ਦਾ ਜਿਹੜਾ ਏਰੀਆ ਦੱਸਿਆ ਹੋਇਆ ਹੈ ਕਿਹੜੀ ਸਟੇਟਮੈਂਟ ਗਲਤ ਹੈ। ਸੋ ਪਹਿਲਾ ਬਰਜ ਵਿੰਡ ਇਹ ਸਾਊਥ ਈਸਟਰਨ ਅਫਰੀਕਾ 'ਚ ਪਾਈਆਂ ਜਾਂਦੀਆਂ ਨੇ, ਇਹ ਸਹੀ ਹੈ। ਕੈਰਾਬੂਰਨ ਤਰੀਮ ਬੇਸਿਨ ਆਫ ਸਿਨਕਿਆਂਗ ਇਹ ਵੀ ਬਿਲਕੁਲ ਸਹੀ ਹੈ। ਸਦਰਲੀ ਬਸਟਰਡ ਨਿਊ ਸਾਊਥ ਵੇਲ ਦਿਸ ਇਜ਼ ਆਲਸੋ ਰਾਈਟ। ਸੋ ਡੀ ਆਪਸ਼ਨ ਉਰੇ ਗਲਤ ਹੈ ਕਿ ਹਰੀਕੇਨ ਨਿਊਜ਼ੀਲੈਂਡ 'ਚ ਪਾਏ ਜਾਂਦੇ ਨੇ। ਸੋ ਹਰੀਕੇਨ ਪਾਏ ਜਾਂਦੇ ਨੇ ਐਟਲਾਂਟਿਕ ਓਸ਼ੀਅਨ ਜਾਂ ਫਿਰ ਈਸਟਰਨ ਪੈਸੀਫਿਕ ਓਸ਼ੀਅਨ। ਸੋ ਇਹ ਇਕੱਲੇ ਇਹੋ ਜਿਹੇ ਟ੍ਰੋਪੀਕਲ ਸਾਈਕਲੋਨ ਨੇ ਜਿਹੜੇ ਇਹ ਦੋ ਜਗ੍ਹਾ ਦੇ ਉੱਤੇ ਪਾਏ ਜਾਂਦੇ ਨੇ। ਸੋ ਉਰੇ ਨਿਊਜ਼ੀਲੈਂਡ ਆਪਣਾ ਰੋਂਗ ਆਂਸਰ ਹੈ ਤੇ ਇਸ ਕੁਐਸਚਨ ਦਾ ਰਾਈਟ ਆਂਸਰ ਬਣਦਾ ਹੈ ਇਨਕਰੈਕਟ ਪੇਅਰ ਆਪਸ਼ਨ ਡੀ। ਨੈਕਸਟ ਜੇ ਆਪਾਂ ਨੇ ਐਟਮੋਸਫੇਅਰ ਦੇ ਪ੍ਰੋਸੈਸਿਸ ਦੀ ਪੜ੍ਹਾਈ ਕਰਨੀ ਹੈ, ਸਟੱਡੀ ਆਫ ਪ੍ਰੋਸੈਸਿਸ ਆਫ ਐਟਮੋਸਫੇਅਰ, ਇਹਨੂੰ ਕੀ ਨਾਮ ਦਿੱਤਾ ਗਿਆ ਇਸ ਸਟੱਡੀ ਨੂੰ?
ਸੋ ਇਹਦਾ ਨਾਮ ਹੈ ਆਪਸ਼ਨ ਬੀ ਮੈਟੀਰੀਓਲੋਜੀ। ਨੈਕਸਟ ਇਜ਼ ਐਟਮੋਸਫੀਅਰਿਕ ਹਿਊਮਿਡਿਟੀ ਇਜ਼ ਮੈਜ਼ਰਡ ਬਾਈ। ਸੋ ਜਿਹੜੀ ਹਵਾ ਦੇ ਵਿੱਚ ਐਟਮੋਸਫੀਅਰ ਦੇ ਵਿੱਚ ਇੱਕ ਨਮੀ ਹੁੰਦੀ ਹੈ ਉਹਨੂੰ ਮਾਪਣ ਦੇ ਲਈ ਜਿਹੜਾ ਇਨਸਟਰੂਮੈਂਟ ਹੈ ਉਹਦਾ ਨਾਮ ਹੈ ਆਪਸ਼ਨ ਏ ਸਾਈਕਰੋਮੀਟਰ। ਸੋ ਇਹ ਇੱਕ ਤਰ੍ਹਾਂ ਦਾ ਹਾਈਗਰੋਮੀਟਰ ਹੈ। ਸੋ ਆਪਸ਼ਨ ਦੇ ਵਿੱਚ ਤੁਸੀਂ ਇਹ ਹਾਈਡਰੋਮੀਟਰ ਤੇ ਹਾਈਗਰੋਮੀਟਰ ਦੋਨਾਂ 'ਚ ਕਨਫਿਊਜ਼ ਨਹੀਂ ਹੋਣਾ, ਉਰੇ ਡੀ ਦਾ ਡਿਫਰੈਂਸ ਹੈ। ਸੋ ਸਾਈਕਰੋਮੀਟਰ ਇਜ਼ ਅ ਕਾइंड ऑफ ਹਾਈਗਰੋਮੀਟਰ। Next is which one among the following force is most powerful in determining movement of wind? So ਹਵਾ ਦੀ ਡਾਇਰੈਕਸ਼ਨ ਕਿੱਧਰ ਨੂੰ ਜਾਊਗੀ, ਇਹਦੀ ਮੂਵਮੈਂਟ ਕਿਵੇਂ ਦੀ ਹੋਊਗੀ, ਉਹਨੂੰ ਤੈਅ ਕਰਨ ਦੇ ਲਈ ਜਿਹੜੀ ਸਭ ਤੋਂ ਇੱਕ ਇੰਪੋਰਟੈਂਟ ਫੋਰਸ ਹੈ ਉਹਦਾ ਨਾਮ ਹੈ ਆਪਸ਼ਨ ਡੀ ਪ੍ਰੈਸ਼ਰ ਗ੍ਰੇਡੀਐਂਟ ਫੋਰਸ। Which is the warmest layer of atmosphere? So ਆਪਾਂ ਨੇ ਅਲੱਗ-ਅਲੱਗ ਲੇਅਰ ਸਟਾਰਟਿੰਗ 'ਚ ਪੜ੍ਹੀਆਂ ਨੇ, ਟੋਟਲ 5 ਤਰ੍ਹਾਂ ਦੀਆਂ। ਟ੍ਰੋਪੋਸਫੀਅਰ ਤੋਂ ਸਟਾਰਟ ਹੁੰਦੀ ਹੈ। ਸੋ ਸਭ ਤੋਂ ਗਰਮ ਲੇਅਰ ਹੈ ਆਪਸ਼ਨ ਏ ਥਰਮੋਸਫੀਅਰ। ਨੈਕਸਟ ਇਜ਼ ਇਹ ਚਾਰ ਸਟੇਟਮੈਂਟਸ ਦੇ ਵਿੱਚੋਂ ਟ੍ਰੇਡ ਵਿੰਡ ਨੂੰ ਲੈ ਕੇ ਕਿਹੜੀ ਸਟੇਟਮੈਂਟ ਗਲਤ ਹੈ, ਵਿਚ ਇਜ਼ ਨਾਟ ਟਰੂ। ਸੋ ਇਹਨਾਂ ਚਾਰਾਂ ਦੇ ਵਿੱਚੋਂ ਆਪਸ਼ਨ ਬੀ ਗਲਤ ਹੈ। They are deflected to right to become southeast trade in southern hemisphere. So ਇਹ ਸਟੇਟਮੈਂਟ ਗਲਤ ਹੈ, ਬਾਕੀ ਤਿੰਨੋਂ ਬਿਲਕੁਲ ਸਹੀ ਨੇ related to trade wind. ਸੋ ਟ੍ਰੇਡ ਵਿੰਡ ਇੱਕ ਬਹੁਤ ਹੀ ਰੈਪੀਟੀਟਿਵ ਤੇ ਇੰਪੋਰਟੈਂਟ ਕੁਐਸਚਨ ਹੈ ਫਰੋਮ ਦ ਟੌਪਿਕ ਆਫ ਐਟਮੋਸਫੀਅਰ। ਕਾਫੀ ਵਾਰੀ ਇਹਦੇ ਨਾਲ ਰਿਲੇਟਿਡ ਡਾਇਰੈਕਟਲੀ ਕੁਐਸਚਨ ਐਗਜ਼ਾਮ 'ਚ ਆਉਂਦੇ ਨੇ। ਸੋ ਹੁਣ ਆਪਾਂ ਇਹਦਾ ਥੋੜਾ ਜਿਹਾ ਕੰਸੈਪਟ ਸਮਝ ਲੈਂਦੇ ਹਾਂ। ਟ੍ਰੇਡ ਵਿੰਡਸ ਕੀ ਹੁੰਦੀਆਂ ਨੇ? ਇਹ ਇਹੋ ਜਿਹੀਆਂ ਹਵਾਵਾਂ ਨੇ ਜਿਹੜੀਆਂ ਇਕੁਏਟਰ ਕੀ ਹੈ? ਆਪਣੀ ਅਰਥ ਦਾ ਬਿਲਕੁਲ ਵਿਚਕਾਰ ਵਾਲਾ ਹਿੱਸਾ। ਸੋ ਇਕੁਏਟਰ ਵੱਲ ਜਾਂਦੀਆਂ ਨੇ ਨਾਰਥ ਈਸਟ ਤੋਂ ਫਰੋਮ ਨਰਦਰਨ ਹੈਮੀਸਫੀਅਰ, ਸਾਊਥ ਈਸਟ ਸਦਰਨ ਹੈਮੀਸਫੀਅਰ। ਸੋ ਜਿਹੜੀਆਂ ਹਵਾਵਾਂ ਇਕੁਏਟਰ ਵੱਲ ਜਾਂਦੀਆਂ ਨੇ, ਸੋ ਇਹ ਤੁਸੀਂ ਪਿਕਚਰਸ ਦੇਖ ਸਕਦੇ ਹੋ, ਇਹਨਾਂ ਨੂੰ ਨਾਮ ਦਿੱਤਾ ਗਿਆ ਹੈ ਟ੍ਰੇਡ ਵਿੰਡ। ਤੇ ਇਹਨਾਂ ਨੂੰ ਆਪਾਂ ਹੋਰ ਟ੍ਰੋਪੀਕਲ ਈਸਟਰਲੀਜ਼ ਵੀ ਕਹਿ ਲੈਂਦੇ ਹਾਂ। ਆਰ ਆਲਸੋ ਨੋਨ ਫॉर देयर ਕੰਸਿਸਟੈਂਸੀ ਇਨ ਫੋਰਸ ਐਂਡ ਡਾਇਰੈਕਸ਼ਨ। ਤੇ ਇੱਕ ਹੋਰ ਇੰਪੋਰਟੈਂਟ ਫੈਕਟ ਹੈ, ਜਿਹੜਾ ਕ੍ਰਿਸਟੋਫਰ ਕੋਲੰਬਸ ਸੀ ਜਿਹਨੇ ਅਮਰੀਕਾ ਦੀ ਖੋਜ ਕੀਤੀ ਸੀ, ਉਹਨੇ ਅਮਰੀਕਾ ਨੂੰ ਇਹਨਾਂ ਟ੍ਰੇਡ ਵਿੰਡਸ ਦੀ ਹੈਲਪ ਦੇ ਨਾਲ ਹੀ ਡਿਸਕਵਰ ਕੀਤਾ ਸੀ। ਸੋ 11th ਕੁਐਸਚਨ ਇਜ਼ ਇਹੋ ਜਿਹੀਆਂ ਗਰਮ ਤੇ ਡਰਾਈ ਹਵਾਵਾਂ, ਸੁੱਕੀਆਂ ਹਵਾਵਾਂ ਜਿਹੜੀਆਂ ਹੈਲਪ ਕਰਦੀਆਂ ਨੇ ਐਲਪ ਰੀਜਨ ਦੇ ਵਿੱਚ ਗ੍ਰੇਪਸ ਨੂੰ ਪੱਕਣ ਦੇ ਲਈ। So the hot and dry wind that help in ripening of grapes in the Alp region is, so ਇਹਦਾ right answer ਹੈ option B foehn. What is approximately the quantum of the pressure exerted by atmosphere at the sea level? So sea level ਦੇ ਉੱਤੇ ਜਿਹੜਾ pressure exert ਹੁੰਦਾ ਹੈ atmosphere ਦੇ ਨਾਲ ਉਹ ਹੈ 1 ਸਕੁਅਰ ਕਿਲੋਮੀਟਰ ਦੇ ਵਿੱਚ 1 ਕਿਲੋਗ੍ਰਾਮ। ਸੋ 1 ਕਿਲੋਗ੍ਰਾਮ ਪਰ ਸਕੁਅਰ ਮੀਟਰ। ਤੇ ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ, ਸੋ ਦਿਸ ਇਜ਼ ਇੰਪੋਰਟੈਂਟ ਵਨ। What is the percentage of nitrogen? Very common and important question. So atmosphere ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੈ, percentage ਹੈ option C 78.03%. Low elevation ਤੇ ਘੱਟ ਉਚਾਈ ਦੇ ਉੱਤੇ ਕਿਹੜੇ ਕਲਾਉਡਸ ਨੇ ਜਿਹੜੇ ਫਾਊਂਡ ਹੁੰਦੇ ਨੇ? ਸੋ ਇਹਨਾਂ ਦਾ ਨਾਮ ਹੈ ਆਪਸ਼ਨ ਬੀ ਨਿੰਬੂਸ ਕਲਾਉਡ। ਇਹ ਆਲਰੇਡੀ ਪੰਜਾਬ PCS ਐਗਜ਼ਾਮਸ ਦੇ ਵਿੱਚ ਕੁਐਸਚਨ ਰਿਪੀਟ ਹੋ ਚੁੱਕਿਆ ਹੈ ਰਿਲੇਟਡ ਟੂ ਕਲਾਉਡਸ। ਸੋ ਦਿਸ ਟੌਪਿਕ ਇਜ਼ ਆਲਸੋ very ਇੰਪੋਰਟੈਂਟ। ਸੋ ਹੁਣ ਆਪਾਂ ਡੀਟੇਲ ਦੇ ਵਿੱਚ ਇਹ ਸਾਰੇ ਕਲਾਉਡਸ ਬਾਰੇ ਦੇਖਾਂਗੇ। ਜਿਹੜੇ ਕਲਾਉਡਸ ਦੀ ਕਲਾਸੀਫਿਕੇਸ਼ਨ ਹੈ ਇਹਨਾਂ ਨੂੰ ਅਲੱਗ-ਅਲੱਗ ਆਪਾਂ ਨੇ ਟਾਈਪਸ ਵੰਡਿਆ ਹੈ। ਇਹ ਡਿਵੀਜ਼ਨ ਕੀਤੀ ਹੈ ਔਨ ਦ ਬੇਸਿਸ ਆਫ ਆਲਟੀਟਿਊਡ, ਸਟ੍ਰੈਚ, ਡੈਂਸਿਟੀ, ਟ੍ਰਾਂਸਪੇਰੈਂਸੀ, ਓਪੇਕਨੈਸ। ਸੋ ਚਾਰ ਤਰ੍ਹਾਂ ਦੇ ਕਲਾਉਡਸ ਨੇ ਸਾਇਰਸ, ਕਿਊਮੁਲਸ, ਸਟ੍ਰੇਟਸ, ਨਿੰਬੂਸ। ਸੋ ਪਹਿਲੇ ਨੇ ਸਾਇਰਸ ਕਲਾਉਡ। ਇਹ ਹਾਈ ਆਲਟੀਟਿਊਡ ਬਹੁਤ ਉੱਚੀ ਹਾਈਟ ਤੇ ਫਾਰਮ ਹੁੰਦੇ ਨੇ 8000 ਤੋਂ ਲੈ ਕੇ 12000 ਮੀਟਰ। ਦੇ ਆਰ ਡਿਟੈਚਡ ਥਿਨ ਕਲਾਉਡਸ, ਫੈਦਰੀ ਅਪੀਅਰੈਂਸ ਹੈ ਤੇ ਹਮੇਸ਼ਾ ਚਿੱਟੇ ਰਹਿੰਦੇ ਨੇ। ਨੈਕਸਟ ਹੈ ਕਿਊਮੁਲਸ। ਇਹ ਇਹਨਾਂ ਤੋਂ ਨੀਚੇ ਹੁੰਦੇ ਨੇ ਸਾਇਰਸ ਤੋਂ, 4000 ਤੋਂ 7000 ਤੱਕ ਦੀ ਇਹਨਾਂ ਦੀ ਹਾਈਟ ਹੈ। ਕਾਟਨ ਵੂਲ ਦੀ ਤਰ੍ਹਾਂ ਨੇ, ਰੂੰ ਦੀ ਤਰ੍ਹਾਂ ਪੈਚਿਸ ਦੇ ਵਿੱਚ ਹੁੰਦੇ ਨੇ ਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਡਿਸਪਰਸ ਮਤਲਬ ਬਿਖਰੇ ਹੋਏ ਦਿਖਦੇ ਨੇ, ਸਾਇਰਸ ਦੀ ਤਰ੍ਹਾਂ ਇਕੱਠੇ ਨਹੀਂ ਹੁੰਦੇ। ਫਲੈਟ ਬੇਸ ਹੈ ਇਹਨਾਂ ਦਾ। ਨੈਕਸਟ ਸਟ੍ਰੇਟਸ। ਇਹ ਹੌਰੀਜ਼ੋਨਟਲ ਨੇ। stratified or layered clouds covering big portion of the sky. So ਜਿਹੜਾ sky ਦਾ ਮੇਨ ਬਿਗਰ ਪੋਰਸ਼ਨ ਕਵਰ ਕੀਤਾ ਹੁੰਦਾ ਹੈ ਉਹ ਇਹ ਕਲਾਉਡਸ ਨੇ।
They are usually formed due to mixing of air masses with various temperature, loss of heat. The presence of stratus cloud means chilly, overcast day. Next is nimbus. So nimbus cloud are usually formed at lower altitude. So ਇਹ ਘੱਟ ਹਾਈਟ ਉੱਤੇ ਦਿਖਦੇ ਨੇ, ਬਲੈਕ ਤੇ ਗ੍ਰੇ ਕਲਰ ਦੇ ਨੇ. ਸੋ ਜਿਹੜੇ ਮੇਨ ਇਹਨਾਂ ਕਲਾਉਡਸ ਤੋਂ ਬਾਅਦ ਆਪਾਂ ਨੂੰ ਦਿਖਦੇ ਨੇ ਕਾਫੀ ਜ਼ਿਆਦਾ ਬਲੈਕ ਕਲਰ ਦੇ, ਉਹ ਨਿੰਬੂਸ ਕਲਾਉਡ ਹੁੰਦੇ ਨੇ ਤੇ ਇਹ ਸੂਰਜ ਦੀ ਰੋਸ਼ਨੀ ਨੂੰ ਰੋਕ ਲੈਂਦੇ ਨੇ, ਬਲੌਕ ਕਰਦੇ ਨੇ ਤੇ ਜਿਹੜੇ ਇਹ ਕਲਾਉਡਸ ਨੇ ਇਹ ਆਪਣੇ ਨਾਲ ਬਹੁਤ ਤੇਜ਼ ਮੀਂਹ ਤੇ ਥੰਡਰਸਟਾਰਮ ਲੈ ਕੇ ਆਉਂਦੇ ਨੇ। ਸੋ ਇਹ ਤੁਸੀਂ ਇੰਪੋਰਟੈਂਟ ਫੈਕਟ ਯਾਦ ਰੱਖਣਾ ਹੈ ਰਿਲੇਟਡ ਟੂ ਨਿੰਬੂਸ ਕਲਾਉਡ। ਨੈਕਸਟ ਇਜ਼ ਇਨਰਮੋਸਟ ਲੇਅਰ ਆਫ ਅਰਥ। ਜਿਹੜੀ ਆਪਣੀ ਧਰਤੀ ਹੈ ਉਹਦੀ ਸਭ ਤੋਂ ਅੰਦਰਲੀ ਲੇਅਰ ਦਾ ਕੀ ਨਾਮ ਹੈ? ਸੋ ਦ ਨੇਮ ਇਜ਼ ਆਪਸ਼ਨ ਡੀ ਬੈਰੀਸਫੀਅਰ। ਇਹਨੂੰ ਆਪਾਂ ਕੋਰ ਵੀ ਕਹਿੰਦੇ ਆ ਤੇ ਨਾਲ ਇਹਦਾ ਇੱਕ ਹੋਰ ਇੰਪੋਰਟੈਂਟ ਨੇਮ ਹੈ ਜੋ ਐਗਜ਼ਾਮਸ ਵਿੱਚ ਆਉਂਦਾ, ਨਾਈਫ। ਨਾਈਫ ਦਾ ਮਤਲਬ ਹੈ ਕਿ ਇਸ ਲੇਅਰ ਦੇ ਵਿੱਚ ਇੱਕ ਤਾਂ ਨਿਕਲ ਹੈ, ਦੂਜਾ ਫੈਰਸ। ਫੈਰਸ ਨੂੰ ਆਪਾਂ ਹੋਰ ਕੀ ਕਹਿੰਦੇ ਆ? ਆਇਰਨ। ਸੋ ਇਹ ਤੁਸੀਂ ਦੋ ਨਾਮ ਬੈਰੀਸਫੀਅਰ ਦੇ ਯਾਦ ਰੱਖਣੇ ਆ। ਨੈਕਸਟ ਇਜ਼ ਜੈਟ ਸਟ੍ਰੀਮ ਨੂੰ ਲੈ ਕੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ? ਸੋ ਇਹ ਪਹਿਲੀਆਂ ਤਿੰਨ ਸਟੇਟਮੈਂਟ ਸਹੀ ਹੈ, ਚੌਥੀ ਸਟੇਟਮੈਂਟ ਗਲਤ ਹੈ ਰਿਲੇਟਡ ਟੂ ਜੈਟ ਸਟ੍ਰੀਮ। ਸੋ ਪਹਿਲੀ ਸਟੇਟਮੈਂਟ ਹੈ ਕਿ ਇਹ ਹਾਈ ਵੈਲੋਸਿਟੀ ਦੀਆਂ ਵਿੰਡਸ ਹੁੰਦੀਆਂ ਨੇ, ਇਹ ਬਿਲਕੁਲ ਠੀਕ ਹੈ। ਵੈਸਟ ਟੂ ਈਸਟ ਬਲੋ ਕਰਦੀਆਂ ਨੇ, ਦਿਸ ਇਜ਼ ਆਲਸੋ ਰਾਈਟ। ਅਪਰ ਟ੍ਰੋਪੋਸਫੀਅਰ ਚ ਬਲੋ ਕਰਦੀਆਂ ਨੇ ਟ੍ਰੋਪੋਪੌਜ਼ ਦੇ ਨੇੜੇ, ਸੋ ਇਹ ਵੀ ਸਹੀ ਹੈ। ਚੌਥੀ ਸਟੇਟਮੈਂਟ ਆਟੋਮੈਟਿਕਲੀ ਗਲਤ ਹੋ ਜਾਂਦੀ ਹੈ ਜਦੋਂ ਆਪਾਂ ਨੇ ਤੀਜੀ ਸਟੇਟਮੈਂਟ 'ਚ ਹੀ ਕਹਿਤਾ ਵੀ ਇਹ ਟ੍ਰੋਪੋਸਫੀਅਰ ਦੇ ਵਿੱਚ ਬਲੋ ਕਰਦੀਆਂ ਨੇ, ਸੋ ਉਰੇ ਮੀਜ਼ੋਸਫੀਅਰ 'ਚ ਬਲੋ ਕਰਨ ਦੀ ਤਾਂ ਕੋਈ ਗੱਲ ਹੀ ਨਹੀਂ ਆਉਂਦੀ। ਸੋ ਇਹ ਪਹਿਲੀਆਂ ਤਿੰਨ ਸਟੇਟਮੈਂਟ ਸਹੀ ਹੋ ਜਾਂਦੀਆਂ ਨੇ ਤੇ ਰਾਈਟ ਆਨਸਰ ਹੈ ਆਪਸ਼ਨ ਸੀ 1, 2 ਐਂਡ 3। ਨੈਕਸਟ ਇਜ਼ ਡਰਾਈ ਵਿੰਡ ਸੈਂਟਾ ਐਨਾ ਬਲੋਜ਼ ਇਨ। ਸੋ ਇਹ ਡਰਾਈ ਵਿੰਡ ਸੁੱਕੀ ਹਵਾ ਬਲੋ ਹੁੰਦੀ ਹੈ ਆਪਸ਼ਨ ਡੀ ਕੈਲੀਫੋਰਨੀਆ ਵਿੱਚ। Which one of the following is a type of planetary wind? So planetary wind ਉਹ ਹਵਾਵਾਂ ਨੇ ਜਿਹੜੇ ਪੂਰਾ ਸਾਲ ਇੱਕ ਲੈਟੀਟਿਊਡ ਤੋਂ ਲੈ ਕੇ ਦੂਜੇ ਤੱਕ ਅਲੱਗ-ਅਲੱਗ 에ਅਰ ਪ੍ਰੈਸ਼ਰ ਦੇ ਮੁਤਾਬਿਕ ਬਲੋ ਕਰਦੀਆਂ ਰਹਿੰਦੀਆਂ ਨੇ। ਇਹਨਾਂ ਨੂੰ ਆਪਾਂ ਇੱਕ ਹੋਰ ਨਾਮ ਦਿੰਨੇ ਆ prevailing winds, ਪੂਰਾ ਸਾਲ ਰਹਿੰਦੀਆਂ ਨੇ। ਸੋ planetary ਜਾਂ ਫਿਰ prevailing wind। ਸੋ ਇਹਨਾਂ ਦੇ ਵਿੱਚੋਂ ਇਹਦੀ ਟਾਈਪ ਹੈ ਆਪਸ਼ਨ ਸੀ ਵੈਸਟਰਲੀ। Next is a sudden fall in the barometric reading indicates. So barometer ਦੇ ਵਿੱਚ ਇੱਕਦਮ ਗਿਰਾਵਟ ਆ ਜਾਵੇ ਤਾਂ ਉਹਦਾ ਮਤਲਬ ਹੈ ਕਿ storm ਆਉਣ ਵਾਲਾ ਹੈ ਆਪਸ਼ਨ ਬੀ। ਤੇ ਅੱਜ ਦਾ ਆਪਣਾ ਇਸ ਲੈਕਚਰ ਦਾ ਇੰਪੋਰਟੈਂਟ ਲਾਸਟ ਕੁਐਸਚਨ ਹੈ, ਹਵਾ ਦੇ ਵਿੱਚ ਅਸਲ ਵਿੱਚ ਕਿੰਨੇ ਵਾਟਰ ਵੇਪਰ ਨੇ ਉਹਦੀ ਅਮਾਉਂਟ ਨੂੰ ਆਪਾਂ ਕਿਹੜਾ ਨਾਮ ਦਿੰਨੇ ਆ? ਸੋ ਉਹਦੇ ਲਈ ਜਿਹੜੀ ਟਰਮ ਯੂਜ਼ ਹੁੰਦੀ ਹੈ for the amount of actual water vapor of air is option A, absolute humidity. So this was all about. I hope you liked the video. Please do subscribe to my channel. Thank you and good luck.